आई थिंक मैंने लगता कि ये बहुत बड़ी एक सोच भी है और बड़ा प्रयास भी है कि इस देश ਨੂੰ ਜੋੜਿਆ ਜਾਏ ਬਿਕੋਜ਼ ਆਫਟਰ ਅਗਰ ਡਿਫਰੈਂਟ ਕਾਸਟ ਗਰੁੱਪਸ ਡਿਫਰੈਂਟ ਰੀਜਨ ਗਰੁੱਪ ਸਪਲਿਟ ਰਹਿਣਗੇ ਤਾਂ ਫਿਰ ਤਾਂ ਦੇਸ਼ ਦਾ ਕਿਤੇ ਤਰੱਕੀ ਨਹੀਂ ਹੋ ਸਕਦੀ ਹੈ ਤਾਂ ਮੈਨੂੰ ਲੱਗਦਾ ਕਿ ਬਹੁਤ ਅੱਛੀ ਅਪਰੋਚ ਰਹੀ ਹੈਗੀ ਹੈ ਐਂਡ ਆਈ ਥਿੰਕ ਵੀ ਆਲ ਜੁਆਇਨ ਵਿਦ ਦੀ ਆਪਣੇ ਸਿਵਲ ਸੁਸਾਇਟੀ ਦੇ ਜਿਹੜੇ ਬਾਕੀ ਮੈਂਬਰਸ ਹੈਗੇ ਆ ਟੂ ਬਿਲਡ ਅਪ ਔਰ ਟੂ ਕਨਵੇ ਦੈਟ ਮੈਸੇਜ ਕੀ ਹਮੀਰ ਭਾਜੀ ਇਹ ਜੇਕਰ ਮੈਂ ਦੇਸ਼ ਦੇ ਸੰਦਰਭ 'ਚ ਸਮਝਾਂ ਤਾਂ ਕੀ ਇਹ ਬੀਜੇਪੀ ਦੇ ਬਦਲ ਵਜੋਂ ਰਾਹੁਲ ਦਾ ਉੱਭਰਨ ਦੀ ਇੱਕ ਕੋਸ਼ਿਸ਼ ਹੈ ਪਰ ਜਿਹੜੀ ਪਾਵਰ ਸੈਂਟਰਲਾਈਜ਼ ਹੋ ਰਹੀ ਹੈ ਕਾਂਗਰਸ ਦਾ ਵੀ ਇਹ 'ਚ ਬਹੁਤ ਬੜਾ ਰੋਲ ਰਿਹਾ ਸਿਰੇ ਤੋਂ ਲੈ ਕੇ ਹੁਣ ਤੱਕ ਬੀਜੇਪੀ ਦਾ ਉਦੋਂ ਜ਼ਿਆਦਾ ਰਹਿ ਗਿਆ ਕੀ ਇਹਦੇ ਤੋਂ ਫਿਰ ਤਵੱਕੋ ਰੱਖੀ ਜਾਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਯਾਤਰਾ ਤੋਂ ਬਾਅਦ ਜਿਹੜੀ ਬਣੀ ਕਾਂਗਰਸ ਦਾ ਮਾਡਲ ਹੋਏਗਾ ਉਹ ਫੈਡਰਲ ਸਟਰਕਚਰ ਨੂੰ ਮਾਨਤਾ ਦੇਗਾ। ਸਾਡੇ ਨਾਲ ਸੁਰਿੰਦਰਪਾਲ ਜੀ ਨੇ ਸਾਡੇ ਨਾਲ ਹੀ ਤੁਸੀਂ ਦੇਖ ਰਹੇ ਹੋ ਦਵਿੰਦਰ ਸ਼ਰਮਾ ਜੀ ਜਾਣੇ ਪਹਿਚਾਣੇ ਜਿਹੜੇ ਸਿਵਲ ਸੁਸਾਇਟੀ ਦਾ ਇਹਦਾ ਹਿੱਸਾ ਨੇ ਤੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਨੇ ਸੋ ਮੈਂ ਸੁਰਿੰਦਰਪਾਲ ਜੀ ਤੁਹਾਤੋਂ ਹੀ ਜਾਣਨਾ ਚਾਹੁੰਦਾ ਸਭ ਤੋਂ ਪਹਿਲਾਂ ਕਿ ਤੁਸੀਂ ਕਦ ਤੋਂ ਇਸ ਯਾਤਰਾ ਦੇ ਨਾਲ ਸਫ਼ਰ ਕਰ ਰਹੇ ਹੋ ਕਦ ਤੋਂ ਤੁਰੇ ਹੋ ਤੇ ਕੀ ਮਹਿਸੂਸ ਕਰ ਰਹੇ ਹੋ ਇਸ ਯਾਤਰਾ ਦੇ ਨਾਲ ਸਫ਼ਰ ਕਰਦਿਆਂ। ਦੇਖੋ ਜੀ 22 ਅਗਸਤ ਨੂੰ ਦਿੱਲੀ 'ਚ ਦੇ ਕੌਂਸਟੀਟਿਊਸ਼ਨ ਕਲੱਬ 'ਚ ਸਿਵਲ ਸੁਸਾਇਟੀ ਦੇ ਨਾਲ ਕਾਂਗਰਸ ਲੀਡਰਸ਼ਿਪ ਦੀ ਮੀਟਿੰਗ ਹੋਈ ਸੀਗੀ। ਉੱਥੇ ਕਰੀਬ 150 ਸਿਵਲ ਸੁਸਾਇਟੀਆਂ ਆਈ ਸੀ ਥਰੂ ਆਊਟ ਇੰਡੀਆ ਤੋਂ। ਉਸ 'ਚ ਭਾਰਤ ਏਕਤਾ परिषद ਵਾਲੇ ਵੀ ਸੀਗੇ ਸਵਰਾਜ ਇੰਡੀਆ ਵਾਲੇ ਵੀ ਸੀਗੇ शाहिदा हमीद जी प्लानिंग कमीशन जी मैंबर रही है जस्टिस कोलसे भी सीगे ਜਿਹੜੇ हाई कोर्ट बॉम्बे हाई कोर्ट ਦੇ जज रहे हैं इस तरह ਦੇ ਬੜੇ ਪ੍ਰੋਮੀਨੈਂਟ ਬੰਦੇ ਸੀਗੇ ਸਾਰੇ ਕੇ ਸਾਰੇ ਤੇ ਉਸ 'ਚ ਨਾ ਉਹਨਾਂ ਦਾ ਨਿਉਂਦਾ ਸੀਗਾ ਵੀ ਤੁਸੀਂ ਨਾ ਸਿਵਲ ਸੁਸਾਇਟੀ ਵੀ ਸਾਡੇ ਨਾਲ ਤੁਰੇ ਫਿਰ ਉਸ 'ਚ ਨਾ ਮਲਟੀਪਲ ਸੈਸ਼ਨ ਹੋਏ ਗੱਲਬਾਤ ਹੋਈ ਆਪਸ 'ਚ ਤਾਂ ਫਾਈਨਲੀ ਸਿਵਲ ਸੁਸਾਇਟੀ ਨੇ ਰਿਜ਼ੋਲਵ ਕੀਤਾ ਕਿ ਅਸੀਂ ਆਪਣੇ ਆਪਣੇ ਤਰੀਕੇ ਨਾਲ ਅਸੀਂ ਨਾਲ ਚੱਲਾਂਗੇ ਕਿਉਂਕਿ ਏਜੰਡਾ ਬੜਾ ਇੰਪੋਰਟੈਂਟ ਹੈਗਾ ਤੇ ਇਸ ਏਜੰਡੇ ਨੂੰ ਅਸੀਂ ਸਪੋਰਟ ਕਰਨਾ ਹੈ ਤੇ ਤਰੀਕੇ ਸਾਡੇ ਆਪਣੇ ਆਪਣੇ ਹੋਣਗੇ। ਤੇ ਉਹਦੇ ਬਾਅਦ 7 ਸਤੰਬਰ ਨੂੰ ਕੰਨਿਆ ਕੁਮਾਰੀ ਤੋਂ ਜਦੋਂ ਯਾਤਰਾ ਸ਼ੁਰੂ ਹੋਈ ਤੇ ਸਿਵਲ ਸੁਸਾਇਟੀ ਦਾ ਜੱਥਾ ਵੀ ਨਾਲ ਨਾਲ ਤੁਰਿਆ ਸੀਗਾ। ਇਨਸੀਡੈਂਟਲੀ ਮੈਂ ਉੱਥੇ ਜੁੜਿਆ 19 ਅਕਤੂਬਰ ਨੂੰ ਮੇਰੇ ਆਪਣੇ ਕੰਸਟੇਟ ਸੀਗੇ ਮੈਂ 19 ਅਕਤੂਬਰ ਨੂੰ ਜੁੜਿਆ ਮੈਂ ਆਂਧਰਾ ਪ੍ਰਦੇਸ਼ ਜੁੜਿਆ ਫਿਰ ਆਂਧਰਾ ਪ੍ਰਦੇਸ਼ ਕਰਨਾਟਕਾ ਤੇਲੰਗਾਨਾ ਉੱਥੇ ਮੈਂ ਨਾਲ ਨਾਲ ਰਿਹਾ। ਉਹਦੇ ਬਾਅਦ ਫਿਰ ਮੈਂ ਹਰਿਆਣਾ ਦੀ ਸਿਵਲ ਸੁਸਾਇਟੀ ਨੂੰ ਕੋਆਰਡੀਨੇਟ ਕੀਤਾ ਜਿੰਨੇ ਵੀ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਹੈ ਜਾਂ ਪ੍ਰੋਮੀਨੈਂਟ ਬੰਦੇ ਉਹਨਾਂ ਨੂੰ ਸਾਨੂੰ ਕੋਆਰਡੀਨੇਟ ਕੀਤਾ। ਉਹਦੇ 28 ਅਗਸਤ ਨੂੰ ਸਾਡੀ ਖਾਦੀ ਆਸ਼ਰਮ ਪਾਣੀਪਤ 'ਚ ਮੀਟਿੰਗ ਹੋਈ ਸੀਗੀ ਉਸ 'ਚ ਯੋਗੇਂਦਰ ਯਾਦਵ ਆਏ ਸੀਗੇ ਆਲ ਇੰਡੀਆ ਸਿਵਲ ਸੁਸਾਇਟੀ ਕੋਆਰਡੀਨੇਟਰ ਦੀ ਹੈਸੀਅਤ 'ਚ ਉਹਦੇ ਪ੍ਰੋਮੀਨੈਂਟ ਬੰਦੇ ਆਏ ਸੀਗੇ ਉਹਨਾਂ ਨੇ ਵੀ ਮਤਾ ਪਾਸ ਕੀਤਾ ਕਿ ਅਸੀਂ ਵੀ ਨਾਲ ਨਾਲ ਤੁਰਾਂਗੇ। ਤੇ ਇੱਕ ਜੱਥਾ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਸਾਰਿਆਂ ਤੋਂ ਅੱਗੇ ਕਾਂਗਰਸ ਸੇਵਾ ਦਲ ਦਾ ਜੱਥਾ ਚੱਲਦਾ ਹੈ ਤਿਰੰਗਾ ਲੈ ਕੇ। ਉਹਦੇ ਬਾਅਦ ਸਿਵਲ ਸੁਸਾਇਟੀ ਦਾ ਗਰੁੱਪ ਚੱਲਦਾ ਹੈ। ਉਹ ਸਿਵਲ ਸੁਸਾਇਟੀ ਦਾ ਗਰੁੱਪ ਪਰਮਾਨੈਂਟ ਮੈਂਬਰ ਨਹੀਂ ਹੈ ਕੁਝ ਬੰਦੇ ਹੈ ਜੋ ਬਿਲਕੁਲ ਸ਼ੁਰੂ ਤੋਂ ਹੈਗੇ 7 ਸਤੰਬਰ ਤੋਂ ਕਾਫੀ ਇਸ ਤਰ੍ਹਾਂ ਦੇ ਵੀ ਹੈ ਕੁਝ ਹੈ ਜਿਹੜੇ ਪਲੱਸ ਹੁੰਦੇ ਰਹਿੰਦੇ ਮਾਈਨਸ ਹੁੰਦੇ ਰਹਿੰਦੇ ਆ ਲੇਕਿਨ ਪਰਮਾਨੈਂਟ ਇੱਕ ਗਰੁੱਪ ਹੈਗਾ ਕਦੇ ਉਸੇ 30 ਵੀ ਹੁੰਦੇ ਆ 40 ਵੀ ਹੁੰਦੇ ਆ 70 ਵੀ ਹੁੰਦੇ 80 ਵੀ ਹੁੰਦੇ ਇਸ ਤਰ੍ਹਾਂ ਦਾ ਉਹ ਪਲੱਸ ਮਾਈਨਸ ਹੁੰਦੇ ਰਹਿੰਦੇ ਲੋਕੀ ਜੁੜਦੇ ਰਹਿੰਦੇ ਆ ਫਿਰ ਚਲੇ ਵੀ ਜਾਂਦੇ। ਤੁਸੀਂ ਮਹਿਸੂਸ ਕੀ ਕੀਤਾ ਇਹ ਇੰਨਾ ਸਫ਼ਰ ਤੈਅ ਕਰਦੇ ਮੈਂ ਵੀ ਇੱਕ ਤਰੀਕੇ ਨਾਲ ਇੱਕ ਪੱਤਰਕਾਰ ਦੀ ਹੈਸੀਅਤ ਤੋਂ ਜੁੜਿਆ ਸੀਗਾ ਜਦੋਂ ਮੈਂ ਸਾਊਥ ਇੰਡੀਆ 'ਚ ਗਿਆ ਸੀਗਾ ਕਿਉਂਕਿ ਮੈਂ ਵੀ ਥੋੜੀ ਪੱਤਰਕਾਰਿਤਾ ਕਰਦਾ ਲਿਖਦਾ ਤੇ ਮੈਂ ਉਸ 'ਚ ਇੱਕ ਆਰਟੀਕਲ ਵੀ ਲਿਖਿਆ ਔਰ ਮੈਂ ਰਾਹੁਲ ਗਾਂਧੀ ਨੂੰ ਪਰਸਨਲੀ ਆਰਟੀਕਲ ਦਿੱਤਾ ਸੀਗਾ ਉਹਨੂੰ ਕਿਹਾ ਸੀਗਾ ਇਹ ਆਰਟੀਕਲ ਕ੍ਰਿਟੀਕਲ ਹੈਗਾ ਕੋਈ ਬਹੁਤ ਪ੍ਰੇਜ ਨਹੀਂ ਇਸ 'ਚ ਸਰੀ ਤੇ ਕਾਫੀ ਮੇਰੇ ਕ੍ਰਿਟੀਕਲ ਕਮੈਂਟਸ ਵੀ ਸੀਗੇ। ਬੇਸਿਕਲੀ ਇੱਕ ਕਿਊਰੀਸਿਟੀ ਸੀਗੀ ਵੀ ਹੋ ਕੀ ਰਿਹਾ ਹੈ ਲੋਕੀ ਕਿਸ ਤਰ੍ਹਾਂ ਜੁੜ ਰਹੇ ਹੈ ਲੋਕਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੈ ਇਸ ਜਿਹੜਾ ਸਲੋਗਨ ਹੈ ਇਹਨਾਂ ਦਾ ਉਹ ਕਿੰਨਾ ਕੁ ਅਪੀਲ ਕਰਦਾ ਹੈ ਉਹ ਜਿਹੜੀ ਇੱਕ ਕਹਿੰਦੇ ਪੱਤਰਕਾਰ ਦੀ ਜਿਹੜੀ ਇੱਕ ਅਸਲੀ ਜਿਗਿਆਸਾ ਸੀਗੀ ਉਹ ਜਿਗਿਆਸਾ ਦੇ ਨਾਲ ਮੈਂ ਗਿਆ ਸੀਗਾ ਤੇ ਮੈਂ ਸਿਵਲ ਸੁਸਾਇਟੀ ਦੇ ਨਾਲ ਜ਼ਰੂਰ ਸੀਗਾ ਲੇਕਿਨ ਮੈਂ ਉਹ ਜਿਹੜਾ ਯਾਤਰਾ ਹੁੰਦੀ ਸੀਗੀ ਮੈਂ ਯਾਤਰਾ ਦੇ ਬਹੁਤ ਪਿੱਛੇ ਕਈ ਵਾਰ 10 ਕਿਲੋਮੀਟਰ ਪਿੱਛੇ ਵੀ ਆ ਕਦੇ 4 ਕਿਲੋਮੀਟਰ ਅੱਗੇ ਵੀ ਆ ਕਦੇ ਆਲੇ ਦੁਆਲੇ ਕਿਹੜੇ ਬੰਦੇ ਖੜੇ ਹੁੰਦੇ ਆ ਕਿਸ ਤਰ੍ਹਾਂ ਲੋਕੀ ਆਉਂਦੇ ਆ ਔਰਤਾਂ ਤੇ ਬੱਚੇ ਤੇ ਮਜ਼ਦੂਰ ਕਿਸਾਨ ਕਿਸ ਤਰ੍ਹਾਂ ਲੋਕੀ ਸ਼ਾਮਿਲ ਹੁੰਦੇ ਆ ਉਹਨਾਂ ਦੀ ਮੇਰੀ ਬੜੀ ਤਿੱਖੀ ਨਜ਼ਰ ਰਹੀ ਹੈ ਉਹਨਾਂ ਗੱਲਬਾਤ ਵੀ ਕਰਦਾ ਰਿਹਾ ਮੈਂ ਜਾਣਦਾ ਰਿਹਾ। ਹਾਂ ਮੈਂ ਤੁਹਾਡੇ ਸਵਾਲ 'ਚ ਵੀ ਆ ਜਾਣਾ ਮੈਂ ਇੱਕ ਵਾਰ ਮੈਂ ਕਵਰ ਕਰਦਾ ਜਿਹੜਾ ਤੁਹਾਡਾ ਸਵਾਲ ਸੀਗਾ ਸਕਿਪ ਨਾ ਹੋ ਜਾਏ ਉਹ ਸੀਗਾ ਕਿ ਉਹਦੇ ਟੋਟੈਲਿਟੀ 'ਚ ਫਿਰ ਮੈਨੂੰ ਲੱਗਿਆ ਕਿ ਨਾਰੇ ਦੀ ਅਪੀਲ ਜਿਹੜੀ ਹੈ ਨਾਰੇ ਦੀ ਮਤਲਬ ਭਾਰਤ ਜੋੜੋ ਨਫ਼ਰਤ ਛੋੜੋ मतलब बाई एंड लार्ज इंडियन मासी जो है ना उन्होंने अपील बहुत ही स्ट्रोंग हैगी तो उन्होंने लगता है कि हाँ नहीं इस मौके पर ਜਿਹੜਾ ਮਤਲਬ ਜੋ ਨਾ ਜਦੋਂ ਸਾਰੇ ਨਫ਼ਰਤ ਦੀ ਗੱਲ ਆਉਂਦੀ ਹੈ ਤੋੜਨ ਦੀ ਗੱਲ ਹੁੰਦੀ ਹੈ ਘਿਰਣਾ ਦੀ ਗੱਲ ਹੁੰਦੀ ਉਸ ਵੇਲੇ ਆ ਬਹੁਤ ਜ਼ਰੂਰੀ ਹੈ ਕਿ ਅਸੀਂ ਨਾ ਇਹ ਨਫ਼ਰਤ ਨੂੰ ਖਤਮ ਕਰੀਏ ਜੁੜੀਏ ਆਪਸ 'ਚ ਤੇ ਆਮ ਆਦਮੀ ਦਾ ਜੁੜਨਾ ਇੱਕ ਤਾਂ ਮੋਬਿਲਾਈਜ਼ ਕੀਤੇ ਹੈ ਕਾਂਗਰਸ ਕੈਡਰ ਹੈਗਾ ਉਸ ਤਰ੍ਹਾਂ ਦੀ ਹੈ ਲੇਕਿਨ ਮੈਂ ਦੇਖਿਆ ਕਿ ਪੂਰੇ ਜੋ ਨਾ ਪਿੰਡ ਦੇ ਪਿੰਡ ਤੇ ਟਾਊਨ ਦੇ ਟਾਊਨ
टोटल आबादी जो है सड़क 'ਚ खड़ी है। और वो भी खास तौर 'ਤੇ ਹਰਿਆਣਾ ਦਾ ਐਗਜ਼ਾਮਪਲ ਦੇਣਾ, ਜਿਸ ਤਰ੍ਹਾਂ ਕਰੌਂਡਾ ਹੈਗਾ ਕਰਨਾਲ ਤੇ ਮੇਰੇ ਖਿਆਲ ਕੁਰੂਕਸ਼ੇਤਰ ਦੇ ਵਿਚਾਲੇ ਸਵੇਰੇ 6 ਵਜੇ ਜਿਸ ਵੇਲੇ ਧੁੰਦ ਹੈਗੀ, ਹੱਥ ਨੂੰ ਹੱਥ ਨਹੀਂ ਦਿਸਦਾ, ਉਸ ਵੇਲੇ ਵੀ ਸਾਰਾ ਕਰੌਂਡਾ ਸੜਕ 'ਚ ਖੜਾ ਸੀਗਾ ਟੋਟਲ। ਕਰਨਾਲ 'ਚ ਅਸੀਂ ਵੜ ਨਹੀਂ ਪਾਏ ਪੂਰੇ, ਜਦੋਂ ਅਸੀਂ ਨਮਸਤੇ ਚੌਕ ਤੋਂ ਵੜੇ ਸੀਗੇ ਉਹ ਆਪਣਾ ਕਲੰਦਰੀ ਗੇਟ ਤੱਕ, ਅੰਦਰ ਲੰਘਣਾ ਔਖਾ ਹੋ ਗਿਆ ਸੀਗਾ, ਸਾਰਾ ਹੀ ਸ਼ਹਿਰ ਆ ਗਿਆ ਸੀਗਾ। ਉਹ ਸਾਰਾ ਸ਼ਹਿਰ ਕਦੇ ਵੀ ਪੋਲੀਟੀਕਲ ਪਾਰਟੀ ਦੀ ਮੋਬਿਲਾਈਜੇਸ਼ਨ ਦੇ ਟ੍ਰੈਡੀਸ਼ਨਲ ਤਰੀਕੇ ਦੀ ਹੁੰਦੀ ਹੈ ਜਾਂ ਜੋ ਲੀਡਰਾਂ ਦੇ ਪਿੱਛੇ ਚੱਲ ਕੇ, ਉਹ ਸਿਰਫ ਉਹ ਨਹੀਂ ਸੀਗਾ। ਲੋਕਾਂ ਨੂੰ ਆਏ ਸੀਗਾ ਵੀ ਨਹੀਂ ਬਹੁਤ ਸਟਰੋਂਗ, ਬੜੀ ਇੰਪੋਰਟੈਂਟ ਗੱਲ ਹੋ ਰਹੀ ਹੈ, ਬੜੀ ਸਟਰੋਂਗ ਗੱਲ ਹੈ ਜੋ ਨਾ ਅਪੀਲ ਹੈ ਇਸ ਗੱਲ ਭਾਰਤ ਜੋੜੋ ਦੀ, ਤੇ ਅਸੀਂ ਨਾ ਸਾਥ ਦੇਣਾ ਚਾਹੀਦਾ। ਉਹ ਜਿਹੜਾ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਉਹਦੀ ਉਹਨਾਂ ਦੀ ਅੱਖਾਂ 'ਚ ਜਿਹੜੀ ਚਮਕ ਹੈ ਉਹ ਦੱਸਦੀ ਹੈ ਕਿ ਨਹੀਂ ਉਹ ਸਾਥ ਹੈਗੇ। ਇੱਕ ਨਵੀਂ ਗੱਲ ਹੈ, ਬਹੁਤ ਬੜੀ। ਦਵਿੰਦਰ ਸ਼ਰਮਾ ਜੀ, ਜਿਵੇਂ ਇਹ ਕਹਿ ਰਹੇ ਨੇ ਕਿ ਪਿੰਡਾਂ ਦੇ ਪਿੰਡ ਨਿਕਲ ਕੇ ਸੜਕਾਂ ਤੇ ਨਾਲ ਆਏ, ਜਾਂ ਜਿਹੜੇ ਲੋਕ ਤੁਰ ਰਹੇ ਸੀ ਇਹ ਮਤਲਬ ਪਾਰਟੀ ਦੇ ਵਰਕਰ ਨਹੀਂ ਹੈਗੇ, ਆਪ ਮੁਹਾਰੇ ਲੋਕ ਆ ਰਹੇ ਨੇ, ਉਹ ਸਿਵਲ ਸੁਸਾਇਟੀ ਤੁਸੀਂ ਵੀ ਆਉਂਦੇ ਹੋ, ਤੁਸੀਂ ਵੀ ਇਸ ਦੇਸ਼ ਦੇ ਨਾਗਰਿਕ ਦੇ ਨਾਤੇ ਇਸ ਯਾਤਰਾ 'ਚ ਹੁਣ ਜੁੜੇ ਹੋ। ਤੁਸੀਂ ਕਿਸ ਮਨਸ਼ਾ ਨੂੰ ਲੈ ਕੇ ਪਹੁੰਚੇ ਕਿ ਇਹਦੇ ਵਿੱਚ ਮੇਰੇ ਸ਼ਾਮਲ ਹੋਣਾ, ਮੇਰਾ ਖੜਨਾ ਕਿਉਂ, ਕੀ ਮਹਿਸੂਸ ਕਰਦੇ ਹੋ? ਕਿਸੇ ਵੀ ਡੈਮੋਕ੍ਰੇਸੀ ਵਿੱਚ ਇੱਕ ਆਲਟਰਨੇਟ ਵੌਇਸ ਤੱਕ ਖੜਾ ਹੋਣਾ ਬਹੁਤ ਇੰਪੋਰਟੈਂਟ ਹੁੰਦਾ ਹੈ। ਔਰ ਅਸੀਂ ਦੇਖਿਆ ਕਿ ਜਿਸ ਤਰੀਕੇ ਨਾਲ ਰਾਹੁਲ ਦੀ ਯਾਤਰਾ, ਭਾਰਤ ਜੋੜੋ ਯਾਤਰਾ ਜਿਹੜੀ ਹੈਗੀ ਹੈ, ਉਹ ਜਿਹੜਾ ਇੱਕ ਮੈਸੇਜ ਕਨਵੇ ਕਰ ਰਹੀ ਹੈ ਕਿ ਬਈ ਇਸ ਨਫ਼ਰਤ ਦੇ ਮਾਹੌਲ ਵਿੱਚ ਸਮਬਡੀ ਹੈਜ਼ ਟੂ ਮੇਕ ਐਨ ਐਫਰਟ ਕਿ ਸਭ ਇਕੱਠੇ ਹੋਣ, ਰਾਦਰ ਦੈਨ ਵਰਿੰਗ ਅਬਾਊਟ ਕਿ ਇਹ ਕਿਹੜੀ ਕਾਸਟ ਹੈ ਤੇ ਕਿਹੜਾ ਰਿਲੀਜਨ ਹੈਗਾ। ਆਈ ਥਿੰਕ ਮੈਨੂੰ ਲੱਗਦਾ ਕਿ ਇਹ ਬਹੁਤ ਬੜੀ ਇੱਕ ਸੋਚ ਵੀ ਹੈ ਔਰ ਬੜਾ ਪ੍ਰयास ਵੀ ਹੈ ਕਿ ਇਸ ਦੇਸ਼ ਨੂੰ ਜੋੜਿਆ ਜਾਏ। ਬਿਕੋਜ਼ ਆਫਟਰ ਅਗਰ ਡਿਫਰੈਂਟ ਕਾਸਟ ਗਰੁੱਪਸ, ਡਿਫਰੈਂਟ ਰਿਲੀਜਨ ਗਰੁੱਪ ਸਪਲਿਟ ਰਹਿਣਗੇ ਤਾਂ ਫਿਰ ਤਾਂ ਦੇਸ਼ ਦਾ ਕਿਤੇ ਤਰੱਕੀ ਨਹੀਂ ਹੋ ਸਕਦੀ ਹੈ। ਤਾਂ ਮੈਨੂੰ ਲੱਗਦਾ ਕਿ ਬਹੁਤ ਅੱਛੀ ਅਪਰੋਚ ਰਹੀ ਹੈਗੀ ਹੈ। ਐਂਡ ਆਈ ਥਿੰਕ ਵੀ ਆਲ ਜੁਆਇਨ ਵਿਦ ਦੀ ਆਪਣੇ ਸਿਵਲ ਸੁਸਾਇਟੀ ਜਿਹੜੇ ਬਾਕੀ ਮੈਂਬਰਸ ਹੈਗੇ ਆ ਟੂ ਬਿਲਡ ਅਪ ਔਰ ਟੂ ਕਨਵੇ ਦੈਟ ਮੈਸੇਜ ਕਿ ਬਈ ਕੰਟਰੀ ਨੂੰ ਇਕੱਠੇ ਯੂਨਾਈਟ ਰਹਿਣਾ ਚਾਹੀਦਾ। ਡਾਇਵਰਸਿਟੀ ਜਿਹੜੀ ਸਾਡੀ ਹੈਗੀ ਆ ਉਹਨੂੰ ਬਰਕਰਾਰ ਰੱਖਦੇ ਹੋਏ ਲੈਟਸ ਜੁਆਇਨ ਹੈਂਡਸ। ਔਰ ਮਤਲਬ ਇਹ 'ਚ ਗਲਤ ਕੀ ਹੈਗਾ, ਦੈਟ ਇਜ਼ ਵਾਟ ਡੈਮੋਕ੍ਰੇਸੀ ਰਿਕੁਆਇਰਸ। ਤਾਂ ਆਪਾਂ ਤਾਂ ਉਸ ਡੈਮੋਕ੍ਰੇਸੀ ਨੂੰ ਬਿਲਡ ਅਪ ਕਰਨ ਵਾਸਤੇ ਜਿਹੜਾ ਹੈਗਾ ਇੱਥੇ ਪ੍ਰयास ਕਰ ਰਹੇ ਹਾਂ ਕਿ ਸਭ ਨਾਲ ਮਿਲ ਕੇ ਇੱਕ ਮੈਸੇਜ ਜਾਏ ਕਿ ਬਈ ਵੀ ਆਰ ਆਲ ਦੇਅਰ। ਕੀ ਹਮੀਰ ਭਾਜੀ, ਇਹ ਜੇਕਰ ਮੈਂ ਦੇਸ਼ ਦੇ ਸੰਦਰਭ 'ਚ ਸਮਝਾਂ ਤਾਂ ਕੀ ਇਹ ਬੀਜੇਪੀ ਦੇ ਬਦਲ ਵਜੋਂ ਰਾਹੁਲ ਦਾ ਉੱਭਰਨ ਦੀ ਇੱਕ ਕੋਸ਼ਿਸ਼ ਹੈ, ਜਾਂ ਇਸ ਨੂੰ ਤੁਸੀਂ ਦੇਖਦੇ ਹੋ ਕਿ ਹਾਂ ਦੇਸ਼ ਭਰ ਦੇ ਵਿੱਚ ਜਿਹੋ ਜਿਹਾ ਮਾਹੌਲ ਬਣਿਆ ਉਹਦੇ ਵਿੱਚੋਂ ਇਹ ਨਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ? ਮੈਨੂੰ ਲੱਗਦਾ ਕਿ ਕੇਵਲ ਪਾਰਟੀ ਦੇ ਬਦਲ ਦਾ ਕੁਐਸਚਨ ਨਹੀਂ, ਇਹ ਸ਼ਾਇਦ ਇੱਕ ਆਈਡੀਓਲੋਜੀਕਲ ਲੈਵਲ ਦੀ ਲੜਾਈ ਤੇ ਤੱਕ ਚਲਾ ਗਿਆ ਮਾਮਲਾ। ਸਿੰਪਲ ਪੋਲਿਟਿਕਸ ਨਹੀਂ ਰਹੀ। ਔਰ ਜਿਸ ਲੈਵਲ ਦਾ ਨੈਰੇਟਿਵ ਇੱਕ ਸਿਰਜਿਆ ਜਾ ਰਿਹਾ ਹੈ, ਮਤਲਬ ਸਾਡੇ ਕਾਫੀ ਪਿਛਲੇ ਲੰਮੇ ਸਮੇਂ ਤੋਂ, ਉਹ ਨੈਰੇਟਿਵ ਨਾਰਮਲੀ ਇਹ ਹੈ ਕਿ ਜਿਹੜਾ ਮਤਲਬ ਸੋਸਾਇਟੀ ਨੂੰ ਫਰੈਗਮੈਂਟਡ ਰੂਪ ਦੇ ਵਿੱਚ ਦੇਖਦਾ, ਪੁੱਟ ਪਾਉਣ ਦੇ ਡਿਫਰੈਂਟ ਧਰਮ ਦੇ ਆਧਾਰ ਤੇ, ਡਿਫਰੈਂਟ ਬੋਲੀ ਦੇ ਆਧਾਰ ਤੇ, ਡਿਫਰੈਂਟ ਇਲਾਕਿਆਂ ਦੇ ਆਧਾਰ ਤੇ, ਉਹ ਜਿਹੜੀ ਪਛਾਣ ਹੈ ਉਹਦੇ 'ਚ ਫਿਰ ਉਹ ਕਰਦਾ। ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਮੋਹਨ ਭਾਗਵਤ ਦਾ ਬਿਆਨ ਆਏ ਹੈ ਪਿਛਲੇ ਦਿਨਾਂ ਦੇ ਵਿੱਚ ਕਿ 1000 ਸਾਲ ਤੋਂ ਅਸੀਂ ਲੜਾਈ 'ਚ ਹਾਂ ਜੀ, ਤੇ ਜੇ ਲੜਾਈ 'ਚ ਜਿਹੜੇ ਅਗਰੈਸਿਵ ਬੰਦੇ ਨੇ, ਜੇ 1000 ਤੋਂ ਲੜਾਈ 'ਚ ਉਹ ਕੁਝ ਕਰ ਵੀ ਜਾਂਦੇ ਨੇ ਇੱਧਰ ਉੱਧਰ ਲਾ, ਤਾਂ ਵੀ ਤੁਸੀਂ ਬੁਰਾ ਨਾ ਮਨਾਇਓ। ਮਤਲਬ ਤੁਸੀਂ ਬੁਰਾ ਨਾ ਮਨਾਇਓ, ਸਾਇੰਸ ਕੀ ਕਹਿ ਰਹੇ ਹੋ? ਸਾਇੰਸ ਇਹ ਕਹਿ ਰਹੇ ਹੋ ਕਿ ਤੁਹਾਡੇ ਤੇ ਛਿੱਤਰ ਪਤਾਇਣ ਜੋ ਹੁੰਦੀ ਹੈ ਇਹਨੂੰ ਸਰੋ ਜਾਓ, ਮਤਲਬ ਸਹੋ ਜਿਸ ਵੀ ਤਰੀਕੇ ਨਾਲ ਜਾਂਦੇ ਹੋ। ਫਿਰ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਜਾ ਕੇ ਇੱਕ ਦਿਨ ਲੈਕਚਰ ਹੀ ਦੇਤਾ ਹੈ। ਉਹ ਕਹਿੰਦਾ ਵੀ ਪਾਰਲੀਮੈਂਟ ਨੂੰ ਸਭ ਕੁਝ ਕਰਨ ਦਾ ਰਾਈਟ ਹੁੰਦਾ ਹੈ। ਜਿਹੜੀ ਈਵਨ 1973 ਦੀ ਜੱਜਮੈਂਟ ਹੈ ਜਿਹੜੀ ਇਹ ਕਹਿ ਰਹੀ ਹੈ ਕਿ ਬੇਸਿਕ ਕਨਸਟੀਟਿਊਸ਼ਨ ਦਾ ਨਹੀਂ ਤੁਸੀਂ ਬਦਲ ਸਕਦੇ, ਔਰ ਬੇਸਿਕਸ ਜੇ ਬਦਲ ਦੋਗੇ ਤਾਂ ਇਹ ਕਨਸਟੀਟਿਊਸ਼ਨ ਉਹ ਨਹੀਂ ਰਹੇਗਾ। ਉਹ ਕਹਿੰਦਾ ਇਹ ਵੀ ਗਲਤ ਹੈ। ਅਸਲ ਜੁਡੀਸ਼ਰੀ ਨਾ ਐਵੇਂ ਹੀ ਜ਼ਿਆਦਾ ਪੋਲਿਟਿਕਸ 'ਚ ਐਗਜੈਕਟਿਵ 'ਚ ਮੱਥਾਪੱਚੀ ਕਰ ਰਹੀ ਹੈ, ਇਹਨੂੰ ਇੱਧਰ ਉੱਧਰ ਹੋਣਾ ਚਾਹੀਦਾ। ਇਹ ਜਿਹੜੀ ਅਪਰੋਚ ਹੈ, ਕੀ ਇਹ ਅਪਰੋਚ ਦੇਸ਼ ਦੇ ਵਿੱਚ ਐਡੇ ਬਨਸਵੰਨੇ ਦੇਸ਼ ਦੇ ਵਿੱਚ ਕਾਰਗਰ ਅਪਰੋਚ ਹੈ, ਜਾਂ ਉਹ ਲੋਕਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਣ ਦੀ ਅਪਰੋਚ ਹੈ? ਕਿਤੇ ਰੌਲਾ ਕਿਸੇ ਹੋਰ ਗੱਲ ਦਾ ਹੁੰਦਾ, ਤੁਸੀਂ ਆਰਡਰ ਕਰ ਦਿੰਦੇ ਹੋ ਬੁਲਡੋਜ਼ਰ ਚਲਾ ਦਿਓ ਕਿਸੇ ਦੇ ਵੀ ਮਾਮਲੇ ਦੇ ਉੱਤੇ, ਕਿਸੇ ਨੂੰ ਹਟਾ ਦਿਓ, ਜੋ ਵੀ ਤਰੀਕਾ ਹੈ। ਉਹਦੇ ਲਈ ਸ਼ਾਇਦ ਇੱਕ ਗੱਲ ਮੇਰੇ ਖਿਆਲ ਹੈ ਇਹੋ ਜਿਹੀ ਸੀ ਕਿ ਕੋਈ ਦੇਸ਼ ਦੇ ਲੋਕ ਇਹ ਦੋ ਜ਼ਰੂਰ ਸੋਚਦੇ ਨੇ ਕਿ ਉਹਨੂੰ ਕਾਊਂਟਰ ਕਰਨ ਵਾਲਾ ਕੋਈ ਵਰਤਾਰਾ, ਕੋਈ ਨੈਰੇਟਿਵ ਸਿਰਜਿਆ ਜਾਣਾ ਚਾਹੀਦਾ। ਮੈਨੂੰ ਲੱਗਦਾ ਕਿ ਇਸ ਯਾਤਰਾ ਤੋਂ ਪਹਿਲਾਂ ਜਿਹੜਾ ਨੈਰੇਟਿਵ ਸਿਰਜਿਆ ਗਿਆ ਉਹਦੇ ਲਈ ਉਹ ਕਿਸਾਨ ਅੰਦੋਲਨ ਸੀ। ਔਰ ਉਹ ਕਿਸਾਨ ਅੰਦੋਲਨ ਨੇ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਗਿਆ ਲਗਭਗ 1.25 ਸਾਲ ਤੱਕ, ਜਿਹਨੇ ਉਸ ਨੂੰ ਕਾਊਂਟਰ ਕੀਤਾ ਸੀ ਹਰ ਗੱਲ ਤੋਂ। ਮੀਡੀਆ ਨਾਲ ਹੋਣ ਦੇ, ਨੈਸ਼ਨਲ ਸੋ ਕਾਲਡ ਮੀਡੀਆ, ਜਿਹਨੂੰ ਗੋਦੀ ਮੀਡੀਆ ਕਹੋ ਜਾਂ ਬਾਕੀ ਜੋ ਮਰਜ਼ੀ ਹੈ, ਨਾਲ ਹੋਣ ਦੇ ਬਾਵਜੂਦ ਉਹਨੇ ਆਪਣਾ ਨੈਰੇਟਿਵ ਬਚਾਈ ਰੱਖਿਆ ਉਦੋਂ ਤੱਕ ਜਦ ਤੱਕ ਇਹ ਲੜਾਈ ਜਿੱਤੀ ਨਹੀਂ ਗਈ ਕਿਸਾਨਾਂ ਦੀ ਉਸ ਪੱਧਰ ਦੇ ਉੱਤੇ। ਤੇ ਸ਼ਾਇਦ ਇਹ ਦੂਜੀ ਯਾਤਰਾ ਇਸ ਪੱਧਰ ਦੀ ਵੀ, ਚਲੋ ਇਹ ਵੀ ਕਰੋ। ਇੱਕ ਇਹ ਵੀ ਸੀ ਕਿ ਸਾਡੀ ਪੋਲਿਟਿਕਸ ਕਿੱਥੇ ਤੱਕ ਸੀਮਤ ਹੋ ਗਈ ਹੈ। ਪੋਲਿਟਿਕਸ ਸੀਮਤ ਹੋ ਗਈ ਹੈ, ਅਖਬਾਰਾਂ 'ਚ ਬਿਆਨ ਦਿਓ, ਟੈਲੀਵਿਜ਼ਨ ਤੇ ਬਹਿਸ ਕਰੋ ਤੇ ਦੋ ਬਿਨਾਂ
ਗਰਾਊਂਡ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ, ਜਿਹੜੀ ਸੜਕ ਦੀ ਸਿਆਸਤ ਵੀ ਹੈ, ਵਿਚਾਰਧਾਰਾ ਹੈ, ਉਹ ਮੈਨੂੰ ਲੱਗਦਾ ਨਾ ਮਾਤਰ ਜਿਹੜੀ ਦਿਖਾਈ ਦਿੰਦੀ ਹੈ ਕਿਤੇ ਨਾ ਕਿਤੇ। ਉਹ ਜਦੋਂ ਤੁਸੀਂ ਪਰਸਨਲ ਰਿਲੇਸ਼ਨ ਦੇ ਵਿੱਚ ਗੁਜ਼ਰਦੇ ਹੋ, ਲੋਕਾਂ ਦੇ ਨਾਲ ਸੰਵਾਦ ਰਚਾਉਂਦੇ ਹੋ, ਗੱਲ ਕਰਦੇ ਹੋ, ਉਹਨਾਂ ਦੀ ਸੁਣਦੇ ਹੋ, ਆਪਣੇ ਹੀ ਕਹਿੰਦੇ ਹੋ। ਦੂਜਾ ਟਰੈਕ ਬਨ ਵੇ ਹੈ, ਤੁਸੀਂ ਆਪਣੇ ਹੀ ਕਹਿੰਦੇ ਜਾਂਦੇ ਹੋ, ਲੈਕਚਰ ਦਿਓ ਜਿੱਥੇ ਮਰਜ਼ੀ, ਤੇ ਲੋਕਾਂ ਦੀ ਤਾਂ ਸੁਣਦੇ ਨਹੀਂ ਹੋ। ਇਹ 2 ਵੇ ਟਰੈਕ ਜਿਹੜਾ ਹੈ ਸ਼ਾਇਦ ਉਸ ਪੱਧਰ ਦੇ ਉੱਤੇ, ਔਰ ਉਹ ਸ਼ਾਇਦ ਜ਼ਿਆਦਾ ਸਿੱਖਣ ਨੂੰ ਦਿੰਦਾ ਹੈ। ਉਹਦੇ 'ਚ ਗਲਤ ਹੋਣ ਠੀਕ ਹੋਣ, ਪਰ ਇਹ ਠੀਕ ਹੈ ਕਿ ਅਜੇ ਇੱਕ ਯਾਤਰਾ ਹੀ ਤੁਹਾਡਾ ਇਸ ਲੈਵਲ ਦਾ ਉਹ ਬਣਾ ਦੇਗੀ ਜਾਂ ਨਹੀਂ, ਤੇ ਉਸ ਪੱਧਰ ਦੇ ਉੱਤੇ ਇੱਕ ਅਲੱਗ ਗੱਲ ਹੈ ਉਹ, ਕਿਉਂਕਿ ਕਾਂਗਰਸ ਨੇ ਵੀ ਹਿਸਟਰੀ ਦੇ ਵਿੱਚ ਬਹੁਤ ਐਸੀਆਂ ਗੱਲਾਂ ਕੀਤੀਆਂ ਨੇ, ਚਾਹੇ ਉਹ ਮਤਲਬ ਕਿਸ ਲੈਵਲ ਦੀ ਵੀ ਗੱਲ ਸੀ, ਚਾਹੇ ਉਹ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਸੀ, ਫੈਡਰੇਸ਼ਨ ਦੀ। ਰਾਹੁਲ ਗਾਂਧੀ ਨੇ ਇੱਕ ਗੱਲ ਉੱਥੇ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਜਾਂ ਬਾਕੀ ਵੀ, ਕਿ ਭਾਰਤ ਯੂਨੀਅਨ ਆਫ ਸਟੇਟ ਹੈ ਨਾ, ਭਾਰਤ ਐ ਇੱਕੋ ਜਿਹਾ ਨਹੀਂ ਹੈ। ਪਰ ਯੂਨੀਅਨ ਆਫ ਸਟੇਟ ਦਾ ਮਤਲਬ ਹੈ ਕਿ ਸੂਬਿਆਂ ਦਾ ਰੋਲ ਵੀ ਉਹਦੇ 'ਚ ਬਹੁਤ ਇੰਪੋਰਟੈਂਟ ਹੈ, ਉਹਦੀ ਪਛਾਣ, ਉਹਦੀ ਬਾਕੀ। ਪਰ ਜਿਹੜੀ ਪਾਵਰ ਸੈਂਟਰਲਾਈਜ਼ ਹੋ ਰਹੀ ਹੈ, ਕਾਂਗਰਸ ਦਾ ਵੀ ਇਹ 'ਚ ਬਹੁਤ ਬੜਾ ਰੋਲ ਰਿਹਾ ਸਿਰੇ ਤੋਂ ਲੈ ਕੇ ਹੁਣ ਤੱਕ। ਬੀਜੇਪੀ ਦਾ ਉਦੋਂ ਜ਼ਿਆਦਾ ਰਹਿ ਗਿਆ। ਕੀ ਇਹਦੇ ਤੋਂ ਫਿਰ ਇਹ ਤਵੱਕੋ ਰੱਖੀ ਜਾਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਯਾਤਰਾ ਤੋਂ ਬਾਅਦ ਜਿਹੜੀ ਬਣੀ ਕਾਂਗਰਸ ਦਾ ਮਾਡਲ ਹੋਏਗਾ, ਉਹ ਫੈਡਰਲ ਸਟਰਕਚਰ ਨੂੰ ਮਾਨਤਾ ਦੇਗਾ, ਉਹ ਜ਼ਿਆਦਾ ਰਾਜਾਂ ਦੇ ਅਧਿਕਾਰਾਂ ਨੂੰ ਵੀ ਉਸ ਲੈਵਲ ਤੇ ਜਾਏਗਾ। ਔਰ ਜਿਹੜੇ ਉਹਦੇ ਤੇ ਪਿਛਲੇ ਸਮੇਂ 'ਚ ਬਲੇਮ ਥੋੜੇ ਬਹੁਤ ਐ ਲੱਗਦੇ ਵੀ ਰਹੇ, ਈਵਨ ਚਾਹੇ ਕਾਂਗਰਸ ਇਹ ਕਹਿੰਦੀ ਹੈ ਕਿ ਅਸੀਂ ਧਰਮ ਨਿਰਪੱਖ ਹਾਂ, ਪਰ ਜੋ ਪੰਜਾਬ ਨਾਲ ਪਿਛਲੇ ਸਮੇਂ ਤੋਂ ਲਗਾਤਾਰ ਹੋਇਆ ਸੀਗਾ, ਇੱਕ ਡਿਜ਼ਾਈਨ ਲੱਗਦਾ ਸੀ ਉਸ ਪੱਧਰ ਦੇ ਉੱਤੇ, ਉਹ ਸਵਾਲ ਤਾਂ ਹੈਗੇ ਹੀ ਨੇ। ਉਹ ਚਾਹੇ ਬਹੁਤ ਪੁਰਾਣੇ ਸਵਾਲ ਨੇ, ਬਾਕੀ ਨੇ ਲੋਕ ਅੱਜ ਵੀ ਸਵਾਲ ਕਰਦੇ ਨੇ ਕਿ ਇਹਨੂੰ ਹੁਣ ਆਪਾਂ ਨੂੰ ਅੱਗੇ ਕਿਵੇਂ ਚੱਲਣਾ ਚਾਹੀਦਾ ਜਾਂ ਕਿਸ ਤਰੀਕੇ ਦੇ ਸਵਾਲ ਨੇ। ਔਰ ਜੇ ਗੋਧਰਾ ਦਾ ਮਾਮਲਾ ਆਉਂਦਾ ਤਾਂ 84 ਵੀ ਆਉਂਦਾ ਨਾਲ, ਹੈ ਨਾ। ਉਹ ਗੱਲਾਂ ਵੀ ਆਪਸ ਦੇ ਵਿੱਚ ਆਉਂਦੀਆਂ ਨੇ, ਜਿਹੜੀਆਂ ਗੱਲਾਂ ਨੂੰ ਉਹਨੂੰ ਹੋਰ ਵੀ ਕਲੈਰਿਟੀ ਦੇ ਨਾਲ ਆਪਣੇ ਅੰਦਰ ਧਾਰਨਾ ਪਏਗਾ। ਔਰ ਇੱਕ ਨਾਲ ਹੋਰ ਵੀ ਬਹੁਤ ਵੱਡੀ ਗੱਲ ਮੈਨੂੰ ਦਿਖਾਈ ਦਿੰਦੀ ਹੈ ਕਿ ਕਈ ਵਾਰ ਇਹ ਚੀਜ਼ਾਂ ਤਾਂ ਹੈਗੀਆਂ ਨੇ ਆਈਡੀਓਲੋਜੀਕਲ, ਇੱਕ ਬੈਨਰ ਹੀ ਸਿਰਜੀ ਜਾ ਰਹੀ ਹੈ ਕਿ ਭਾਰਤ ਬਹੁ ਗਿਣਤੀਵਾਦੀ ਲੋਕਾਂ ਦਾ ਹੀ ਭਾਰਤ ਇਕੱਲਾ ਹੋਏਗਾ, ਬਾਕੀ ਉਹਦੇ ਹੇਠਾਂ ਲੱਗ ਕੇ ਚੱਲਣ, ਜਾਂ ਇਹ ਡੈਮੋਕ੍ਰੇਟਿਕ ਕੰਟਰੀ ਹੋਏਗਾ, ਸਭ ਦੀ ਡਿਸੀਜਨ ਮੇਕਿੰਗ 'ਚ ਰੋਲ ਹੋਏਗਾ, ਬਨਸਵਰਤਾ ਹੋਏਗੀ। ਕੀ ਬੇਰੁਜ਼ਗਾਰੀ ਮੇਜਰ ਮੁੱਦਾ ਹੋਣਾ ਚਾਹੀਦਾ ਜਾਂ ਹਿੰਦੂ ਪ੍ਰਾਈਡ ਮੇਜਰ ਮੁੱਦਾ ਹੋਣਾ ਚਾਹੀਦਾ? ਕੀ ਲੋਕਾਂ ਦੇ ਜਿਹੜੇ ਸਰੋਕਾਰ ਨੇ ਉਹ ਉਸ ਪੱਧਰ ਦੇ ਉੱਤੇ ਜਾਣੇ ਚਾਹੀਦੇ? ਇਹ ਸਵਾਲ ਨੇ ਜਿਹੜੇ ਸਵਾਲ ਪਿੱਛੇ ਲਗਾਤਾਰ ਅੱਜ ਤੱਕ ਮੇਰਾ ਖਿਆਲ ਹੈ ਆਉਂਦੇ ਕਾਂਗਰਸ ਵੀ ਇਹਨਾਂ ਸਵਾਲਾਂ ਨੂੰ ਛੱਡ ਗਈ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਰਾਹੁਲ ਗਾਂਧੀ ਦਾ ਵੀ ਆਪਾਂ ਕਈ ਸਟੇਟਾਂ 'ਚ ਦੇਖਿਆ ਕਿ ਸ਼ਾਇਦ ਉਸੇ ਲਕਸ਼ਮਣ ਰੇਖਾ ਦੇ ਦਾਇਰੇ 'ਚ ਆ ਕੇ ਜਨੇਊ ਪਾ ਕੇ ਟਿੱਕਾ ਲਾ ਕੇ ਵੋਟਾਂ ਮੰਗਣ ਦੇ ਜਿਹੜੇ ਕਨਸੈਪਟ ਸੀ ਉਧਰ, ਇਹਦਾ ਮਤਲਬ ਵੱਡੇ ਆਈਡੀਓਲੋਜੀਕਲ ਪੈਰਾਡਾਈਮ 'ਚ ਤੁਸੀਂ ਇੱਕੋ 'ਚ ਫਸ ਗਏ ਸੀ। ਹੁਣ ਸ਼ਾਇਦ ਉਹ 'ਚੋਂ ਨਿਕਲਣ ਦੀ ਨਜ਼ਰ ਜਿਹੜੀ ਇੱਕ ਗੱਲ ਆ ਰਹੀ ਹੈ। ਔਰ ਜੇ ਬਨਸਵੰਨੇ ਵਿਚਾਰਾਂ ਦਾ ਉਹੋ ਜਿਹਾ ਪਾਰਟੀ ਸਟਰਕਚਰ ਵੀ ਬਣੇਗਾ ਜਾਂ ਨਹੀਂ, ਉਹ ਜਿਹਾ ਬਾਕੀ ਚੀਜ਼ਾਂ ਵੀ ਬਣ ਗਈਆਂ। ਯਾਨੀ ਕਰਪਸ਼ਨ ਬਹੁਤ ਵੱਡਾ ਇਸ਼ੂ ਹੈ, ਔਰ ਜਿਹੜੀ ਮਰਜ਼ੀ ਪਾਰਟੀ ਚੱਕ ਕੇ ਦੇਖ ਲਓ, ਕਿਉਂਕਿ ਪਾਵਰ ਦੇ ਨਾਲ ਪੈਸਾ ਇੰਨਾ ਜ਼ਿਆਦਾ ਜੁੜ ਗਿਆ ਤੇ ਉਸ ਲੈਵਲ ਦਾ ਉਹ ਕਿਵੇਂ ਹੋਏਗੀ, ਉਹਦਾ ਮਾਡਲ ਕੀ ਹੋਏਗਾ, ਅਜੇ ਗੱਲਾਂ ਤਾਂ ਬਹੁਤ ਨੇ। ਪਰ ਇਨੀਸ਼ੀਏਟਿਵ ਲੈਵਲ ਤੇ ਇੱਕ ਲੋਕਾਂ ਦੇ ਵਿੱਚ ਇੱਕ ਸੰਵਾਦ ਰਚਾਉਣਾ, ਉਹ ਚੋਂ ਸਿੱਖਣਾ, ਉਹਦੇ ਬਾਰੇ ਆਪਣੀ ਗੱਲ ਕਹਿਣਾ, ਮੇਰਾ ਖਿਆਲ ਹੈ ਉਹ ਇਸੇ ਲਈ ਲੋਕ ਸ਼ਾਇਦ ਸਿਵਲ ਸੁਸਾਇਟੀ ਵਾਲੇ ਜਿਹੜੇ ਇਹ ਨੇ ਵੀ ਆਪਾਂ ਉੱਥੇ ਜਾ ਕੇ ਵੱਖਰੇ ਵਿਚਾਰ ਰੱਖਦੇ ਆ। ਜਿਹੜੀਆਂ ਚਿੱਠੀਆਂ ਵੀ ਆਈਆਂ ਨੇ ਲੋਕਾਂ ਨੂੰ, ਸ਼ਾਇਦ ਉਹ ਇਹੋ ਜਿਹੀਆਂ ਆਈਆਂ ਨੇ ਵੀ ਤੁਸੀਂ ਐਗਰੀ ਕਰੋ ਜਾਂ ਡਿਸਐਗਰੀ ਕਰੋ, ਆ ਕੇ ਸਾਡੀ ਗੱਲ ਦੇਖੋ, ਸੁਣੋ, ਤੁਸੀਂ observe ਕਰੋ, ਜੋ ਮਰਜ਼ੀ ਲਿਖੋ। ਇਹ ਵੀ ਇੱਕ ਇਸੇ ਕਰਕੇ ਸ਼ਾਇਦ ਲੋਕ ਉਸ ਸਿਵਲ ਸੁਸਾਇਟੀ ਵਾਲੇ ਆ ਰਹੇ ਨੇ। ਯਾਤਰਾ ਬੇਸ਼ੱਕ ਵੱਖ-ਵੱਖ ਪੜਾਵਾਂ ਚੋਂ ਲੰਘ ਰਹੀ ਆ, ਪਰ ਉਸ ਦੇ ਬਾਵਜੂਦ ਵੀ ਇਸ ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਕਿ ਯਾਤਰਾ ਨੂੰ ਹੁੰਗਾਰਾ ਮਿਲ ਰਿਹਾ। ਪਰ ਸਵਾਲ ਯਾਤਰਾ ਤੋਂ ਬਾਅਦ ਹੈ, ਜਿਹੜੇ ਸਾਡੇ ਮਹਿਮਾਨ ਨੇ। मैं कल एयरपोर्ट पहुंच गया था, चेक इन कर गया था, तब मुझे दुर्भाग्यपूर्ण खबर आई संतोष सिंह जी के निधन की, इसलिए मैं आज यहाँ पर आया हूँ। मैंने बहुत सुना, 2 बार प्रयत्न किया राजस्थान में और हैदराबाद में जाने का भी, लेकिन कई कारणों से वो हुआ नहीं, उपलब्धि नहीं हुई। आज जब देखा अपनी आँखों से तब मुझे विश्वास नहीं हुआ। एक उमड़ता हुआ समर्थन, एक उमड़ता हुआ प्यार, एक पूरी तरह से मन से निकली हुई एक भावना, और राहुल गांधी का स्वाभाविक एक बिना कारण, बिना स्वार्थ, बिना किसी निजी चीज के जो एक आलिंगन है सबको साथ लेने का, वो अद्भुत था। कोई हो, किसी मजहब का हो, किसी रंग का हो, किसी तरीके का हो, किसी तबके का हो, सब एक साथ हंस के मन से उनके साथ जुड़ रहे हैं। ये अपने आप में एक अद्भुत राजनीतिक करियर में भी मेरे लिए अद्भुत था, सांस्कृतिक, सामाजिक और हर रूप से बहुत ही अद्भुत चीज़ देखी गई। ਕੀ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਜਿਹੜਾ ਭਾਰਤ 'ਚ ਇੱਕ ਮਾਹੌਲ ਬਣ ਰਿਹਾ ਜਿਹੋ ਜਿਹਾ ਕਿ ਜਾਤ ਖਿਲਾਫ, ਧਰਮ ਖਿਲਾਫ ਜਾਂ ਆਪਸ 'ਚ ਵਿਖਰੇਵੇਂ ਵੱਧ ਰਹੇ ਨੇ, ਕੀ ਉਹਦਾ ਬਦਲ ਬਣ ਕੇ ਆ ਰਹੀ ਹੈ? ਤੁਸੀਂ ਮਹਿਸੂਸ ਹੋ ਰਿਹਾ ਕਿ ਰਾਹੁਲ ਗਾਂਧੀ ਦੇ ਵਿੱਚ ਉਹ
बिल पावर बन रही है या पार्टी उभर रही है की ये चुन राहुल गांधी एक संदेश भेज रहे हैं। उन्होंने 10 बार कह दिया कि राजनीतिक रैली अभियान नहीं है, लेकिन जो संदेश भेज रहे हैं वो एक ऐसा संदेश है जो सामाजिक भी है, राजनीतिक भी है, देश के लिए भी है, सांस्कृतिक भी है, देश के विरासत के लिए भी है। क्या है वो संदेश? कि हम सब एक हैं। जो हमको तोड़ता है और नहीं जोड़ता है वो बिल्कुल गलत काम कर रहा है। आपको इसके विरुद्ध खड़ा होना है, आपको इससे सचेतन होना है, और आपको बरगला के, मूर्ख बना के, कहानियां सुना के इत्यादि आपको इस रास्ते से कोई हटा नहीं सकता है। ये जो संदेश है मैं समझता हूँ सर्वोपरि है। इसका राजनीति से संबंध होना न होना एक व्यर्थ मुद्दा है। इससे लोग समझ रहे हैं, जुड़ रहे हैं, और साथ साथ एक राजनीतिक संदेश तो जाता ही है। ਤੇ ਪੰਜਾਬ 'ਚ ਜਿਵੇਂ ਯਾਤਰਾ ਤੁਸੀਂ ਪੰਜਾਬ ਨੂੰ ਲੈ ਕੇ ਕਿਵੇਂ ਦੇਖਦੇ ਹੋ ਇਹਨਾਂ ਨੂੰ ਕਿ ਇਸ ਯਾਤਰਾ ਦਾ ਪੰਜਾਬ ਦੇ ਉੱਤੇ ਵੀ ਕੋਈ ਇਹਨਾਂ ਦੀ ਪਾਰਟੀ ਦੇ ਫਰਕ ਪਏਗਾ? ये मैंने जैसा कहा एक संकीर्ण, नैरो, राजनीतिक, प्रादेशिक, किसी उपचुनाव से संबंधित नहीं है। ये अखिल भारतीय यात्रा, जो आदमी कन्याकुमारी से कश्मीर पहुंचने वाला है उसको पंजाब से या गुजरात से या तेलंगाना से एक संकीर्ण दायरे में कोई मतलब नहीं है। यहाँ के लोग भी उसके लिए वही हैं जो तेलंगाना और केरला के लोग हैं। संदेश एक है। आप कॉन्स्टिट्यूशनल एक्सपर्ट भी हैं। पिछले दिनों में हमारे वाइस प्रेसिडेंट ने एक बयान दिया है पिछले दिनों में कि केशवानंद भारती भी गलत था, जुडिशरी इंटरवीन कर रही है। उच्चतम पद पे हैं, मैं उनके बारे में निजी रूप से कुछ नहीं कहूँगा। उन्होंने एक्चुअली ये पहली बार बयान राज्यसभा से भी पहले एक स्मृति लेक्चर में दिया था। मेरे फादर का स्मृति लेक्चर था, वो मेरे इन्विटेशन में आए थे। मैं बहुत विनम्रता पूर्वक, आदर पूर्वक उनके बयान से समर्थन नहीं हूँ। उल्टा मैं समझता हूँ कि विश्व भर में भारतवर्ष का ये जो इजाद है, इन्वेंशन है मूल ढांचे की, बेसिक स्ट्रक्चर की, उससे दुनिया भर अद्भुत है, दुनिया भर प्रभावित है, और दुनिया के कई देशों ने उसको कॉपी किया है, उसको अपनाया है। ये एक पूरा एक नींव है। कभी भी किसी रूप से गलत काम न हो गणतंत्र में, लोकतंत्र में, उसके लिए तो मैं इस नींव का पूरा समर्थन करता हूँ। सर्वोपरि न मैं हूँ, न वो है, न आप हैं, न सत्तारूढ़ पार्टी है, सर्वोपरि न विधायिका है, न उच्चतम न्यायालय है, सर्वोपरि संविधान है। जहां हमारी डिबेट ऑलरेडी भी चलती रही है, पर राहुल जी ने पिछले दिनों में बोला था कि जो यूनियन ऑफ स्टेट्स है, जैसे फेडरल स्ट्रक्चर को लेके जो बात होती है, और काफ़ी लंबे समय से इवन कांग्रेस पे भी ये सवाल तो उठता रहा है कि वो भी सही अर्थों में फेडरल स्ट्रक्चर को उन्होंने फॉलो नहीं किया। इतिहास में आजकल तो हो ही नहीं रहा, जैसे जीएसटी या बाकी व्यापक एक मुद्दा है, इस पर तो डिबेट बहुत दिनों हो सकती है। मैं नहीं कहता कि कांग्रेस या कोई भी सरकार परफेक्ट रही है, लेकिन आप अपना हाथ अपने हृदय पर रख के पूछिए कि जो संघीय ढांचे पे पिछले 8, 7, 9 साल में जो आघात हुआ है, जो आक्रमण हुआ है, क्या हमारे 70 साल में कभी पहले हुआ है? अगर आप सत्य बोलेंगे तो आप कभी नहीं कह सकते कि हाँ। मैं समझता हूँ कि हर रूप से सीबीआई गिन लीजिए, ईडी गिन लीजिए, जीएसटी देख लीजिए, वितरण देख लीजिए, भय देख लीजिए, आजकल राज्यपाल एक प्रदेश के नहीं 4-4 प्रदेश के अलग अलग क्या कर रहे हैं, किसी आयाम को, किसी भी कसौटी को ले लीजिए, मैं नहीं समझता कि कोई भी कह सकता है कि 70-75 साल में इस देश में कभी भी इसका एक फ्रैक्शन भी आघात हुआ, इस प्रकार का संघीय ढांचा। इट मीन्स ये बाइनरी काम करे। अब पहली बार हुआ है कि कांग्रेस ने शायद बबलिंग छोड़कर एक क्लियर कट स्टैंड लिया इस मुद्दे पे, जैसे कि हम बांटने नहीं देंगे, हम नफरत के मुकाबले में मोहब्बत की बात करते हैं। हम जे&के का सवाल आया था तब कांग्रेस में ना कोई त्रेड़ें दिखाई दी थी। नहीं, हमारा स्टैंड अक्षुण्णता के लिए ऊपर एक ही है, लेकिन जो उपलब्धि है राहुल गांधी की वो है उसको सार्थक करना, उस सोच, उस भावना को परिवर्तित करना जमीनी सच पे, उसको एक बहुत परिश्रम, अथक परिश्रम, जिसको आप भारत जोड़ो यात्रा आसान नहीं करना, 10 किलोमीटर आसान नहीं करना, उसको अथक परिश्रम के साथ निरंतर करना, घबराना नहीं, छोड़ना नहीं, हटना नहीं, ये जो दिखाया है ये सिर्फ बातचीत और राजनीतिक आरोप प्रत्यारोप से कहीं ज़्यादा दूर है।
ਸੋ ਇਸ ਲਈ ਇਸ ਦੇ ਵਿੱਚੋਂ ਇਹ ਵੀ ਦੇਖਣ ਦੀ ਸਵਾਲ ਹੈ ਕਿ ਇਸ ਯਾਤਰਾ ਤੋਂ ਬਾਅਦ ਰਾਹੁਲ ਦਾ ਰੰਗ ਢੰਗ ਕੀ ਹੋਏਗਾ, ਉਹਨੂੰ ਦੇਸ਼ ਦੇ ਸੰਵਿਧਾਨ ਨੂੰ ਲੈ ਕੇ, ਸੂਬਿਆਂ ਦੇ ਹੱਕਾਂ ਨੂੰ ਲੈ ਕੇ, ਸਮੁੱਚੇ ਆਲਮ ਦੇ ਹੱਕਾਂ ਨੂੰ ਲੈ ਕੇ ਉਹਨਾਂ ਦਾ ਕਿਹੋ ਜਿਹਾ ਨਜ਼ਰੀਆ ਹੋਏਗਾ, ਤੇ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਕਿਹੜੇ ਏਜੰਡੇ ਨਾਲ ਤੁਰਦੀ ਆ, ਇਹ ਵੀ ਦੇਖਣਾ ਹੋਏਗਾ। ਫਿਲਹਾਲ ਯਾਤਰਾ ਅੱਗੇ ਵਧ ਰਹੀ ਹੈ ਤੇ ਅਸੀਂ ਵੀ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਮੈਂ ਦੀਪਕ ਸ਼ਰਮਾ, ਚਨਾਰਥਲ।